ਜੀ ਆਇਆਂ ਨੂੰ ਖੁਸ਼ਾਮਦੀਦ। ਤੁਸੀਂ ਤੇ ਤੁਹਾਡਾ ਪਰਿਵਾਰ ਹਰਦਮ ਰਹੇ ਸਿਹਤਯਾਬ। ਇਸੇ ਦੁਆ ਦੇ ਨਾਲ ਲੈ ਹਾਜ਼ਰ ਹਾਂ ਮੈਂ ਪੀਟੀਸੀ ਨਿਊਜ਼ ਦਾ ਖਾਸ ਉਪਰਾਲਾ ਡਾਕਟਰ ਸਪੀਕ, ਜਿਸ ਵਿੱਚ ਵੱਖ-ਵੱਖ ਬਿਮਾਰੀਆਂ ਬਾਰੇ ਮੈਂ ਕਰਦਾ ਚਰਚਾ ਵੱਖ-ਵੱਖ ਡਾਕਟਰਸ ਦੇ ਨਾਲ। ਤੇ ਅੱਜ ਅਸੀਂ ਕਰਾਂਗੇ ਚਰਚਾ ਹਾਰਟ ਡਿਜ਼ੀਜ਼ ਬਾਰੇ, ਜਿਸ ਬਾਰੇ ਗੱਲ ਕਰਨ ਲਈ ਸਾਡੇ ਨਾਲ ਸੁਹਾਨਾ ਹਸਪੀਟਲ ਮੋਹਾਲੀ ਤੋਂ ਹੈਡ ਆਫ ਡਿਪਾਰਟਮੈਂਟ ਕਾਰਡੀਓਲੋਜੀ ਅਤੇ ਡਾਇਰੈਕਟਰ ਡਾਕਟਰ ਹਰਪ੍ਰੀਤ ਸਿੰਘ ਗਿਲਹੋਤਰਾ ਜੀ ਨੇ। ਜੀ ਆਇਆਂ ਨੂੰ ਤੁਹਾਡਾ। ਤੇ ਨਾਲ ਹੀ ਡਾਕਟਰ ਮੋਹਿਤ ਵਾਲੀਆ ਨੇ, ਕੰਸਲਟੈਂਟ ਕਾਰਡੀਓਲੋਜਿਸਟ। ਤੁਹਾਡਾ ਵੀ ਜੀ ਆਇਆਂ ਨੂੰ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਜੀ। ਡਾਕਟਰ ਹਰਪ੍ਰੀਤ, ਪਹਿਲੇ ਤਾਂ ਮੈਂ ਸ਼ੁਰੂਆਤ ਕਰਨਾ ਚਾਹਾਂਗਾ ਕੁਝ ਕਾਮਨ ਕੁਐਸਚਨ ਤੋਂ, ਕਿਉਂਕਿ ਜਦੋਂ ਮੈਨੂੰ ਇਸ ਚੀਜ਼ ਦਾ ਪਤਾ ਲੱਗਾ ਕਿ ਹਾਰਟ ਡਿਜ਼ੀਜ਼ ਬਾਰੇ ਗੱਲ ਕਰਨੀ ਹੈ ਤੇ ਕੁਝ ਸਵਾਲ ਮੇਰੇ ਮਨ 'ਚ ਵੀ ਨੇ। ਪਹਿਲੇ ਉੱਥੋਂ ਸ਼ੁਰੂਆਤ ਕਰਦੇ ਹਾਂ। ਤੇ ਸਵਾਲ ਕੁਝ ਇੱਦਾਂ ਹੈ ਕਿ ਕੁਕਿੰਗ ਆਇਲ, ਕਿਹੜਾ ਕੁਕਿੰਗ ਆਇਲ ਤੁਹਾਡੇ ਹਿਸਾਬ ਨਾਲ ਬੈਟਰ ਹੈ ਜੋ ਹਾਰਟ ਨੂੰ ਡਿਜ਼ੀਜ਼ ਤੋਂ ਦੂਰ ਹੀ ਰੱਖਦਾ? ਬਹੁਤ ਚੰਗਾ ਕੁਐਸਚਨ ਨਿਖਿਲ ਜੀ। ਇੱਕ ਫੈਟਸ ਨੂੰ ਬੜਾ ਇੱਕ ਵਿਲਨ ਦੀ ਇਮੇਜ ਬਣਾ ਦਿੱਤੀ ਗਈ ਹੈ ਕਿ ਫੈਟਸ ਮਾੜੀਆਂ ਨੇ। ਇਟਸ ਨਾਟ ਸੋ। ਸਾਨੂੰ ਬੈਲੈਂਸ ਡਾਈਟ ਲੈਣੀ ਹੈ ਜਿਹਦੇ ਵਿੱਚ ਕਾਰਬੋਹਾਈਡਰੇਟਸ ਵੀ ਨੇ, ਪ੍ਰੋਟੀਨਸ ਵੀ ਨੇ ਤੇ ਫੈਟਸ ਵੀ ਨੇ, ਆਲਮੋਸਟ ਇਕੁਅਲ ਕੁਆਂਟੀਟੀ ਦੇ ਅੰਦਰ। ਤੇ ਕੋਈ ਵੀ ਕੁਕਿੰਗ ਆਇਲ ਅਸੀਂ ਯੂਜ਼ ਕਰ ਸਕਦੇ ਹਾਂ, ਦੇਸੀ ਘਿਓ, ਸਰੋਂ ਦਾ ਤੇਲ ਔਰ ਐਨੀ ਵੈਜੀਟੇਬਲ ਆਇਲ। ਆਇਲ ਨੂੰ ਵਾਰੀ-ਵਾਰੀ ਹੀਟ ਨਾ ਕਰੋ। ਪੂੜੀਆਂ ਖਾਣ ਦੀ ਥਾਂ ਤੇ ਪਰੌਂਠੇ ਖਾ ਲਓ। ਮੈਂ ਡਾਕਟਰ ਸਾਹਿਬ ਕਿਤੇ ਪੜ੍ਹ ਰਿਹਾ ਸੀ, ਬੜਾ ਬਾਖੂਬੀ ਉਹਦੇ 'ਤੇ ਲਿਖਿਆ ਸੀ ਕਿ ਹਾਰਟ ਅਟੈਕ ਜਿਹੜਾ ਹੈ ਉਦੋਂ ਤੱਕ ਨਹੀਂ ਹੁੰਦਾ ਜਦੋਂ ਤੱਕ ਤੁਸੀਂ ਹਾਰਟ 'ਤੇ ਜੋ ਅੰਦਰ ਪਾ ਰਹੇ ਹੋ ਉਹਦੇ ਨਾਲ ਅਟੈਕ ਨਾ ਕਰੋ। ਕਿੱਥੋਂ ਤੱਕ ਤੁਸੀਂ ਸਹਿਮਤ ਹੋ ਇਸ ਗੱਲ ਤੋਂ? ਪੂਰੀ ਤਰੀਕੇ ਨਾਲ ਸਹਿਮਤ ਹਾਂ ਜੀ। ਡਾਈਟ ਤੇ ਲਾਈਫ ਸਟਾਈਲ ਇੱਕ ਬਹੁਤ ਇੰਪੋਰਟੈਂਟ ਪਾਰਟ ਹੈ। ਹਾਰਟ ਅਟੈਕ ਦੇ ਅੰਦਰ ਇੱਕ ਕੰਪੋਨੈਂਟ ਤੇ ਜੈਨੇਟਿਕ ਹੈਗਾ। ਅਸੀਂ ਆਪਣੇ ਮਾਪੇ ਤੇ ਨਹੀਂ ਬਦਲ ਸਕਦੇ, ਪਰ ਅਸੀਂ ਆਪਣਾ ਡਾਈਟ ਤੇ ਲਾਈਫ ਸਟਾਈਲ ਬਦਲ ਸਕਦੇ ਹਾਂ। ਸੋ ਇਸ ਕੰਪੋਨੈਂਟ ਨੂੰ ਜਿਹਨੂੰ ਅਸੀਂ ਬਦਲ ਸਕਦੇ ਹਾਂ, ਸਾਨੂੰ ਜ਼ਰੂਰ ਬਦਲਣਾ ਚਾਹੀਦਾ ਇੱਕ ਹੈਲਦੀ ਹਾਰਟ ਲਈ। ਇੱਥੇ ਇਹ ਵੀ ਜਾਣਨਾ ਚਾਹਾਂਗੇ ਕਿ ਇਹ ਬੜੀ ਇੱਕ ਕੌਨਫਲਿਕਟ ਚੱਲਦਾ ਰਹਿੰਦਾ ਹੈ ਵੈਜ ਅਤੇ ਨੋਨ ਵੈਜ ਦੇ ਵਿੱਚ। ਵੈਜ ਡਾਈਟ ਜ਼ਿਆਦਾ ਵਧੀਆ ਹਾਰਟ ਲਈ ਜਾਂ ਨੋਨ ਵੈਜ ਡਾਈਟ ਜ਼ਿਆਦਾ ਵਧੀਆ? ਕਿਉਂਕਿ ਪੰਜਾਬੀ ਤੁਹਾਨੂੰ ਪਤਾ ਖਾਣ ਪੀਣ ਦੇ ਬੜੇ ਸ਼ੌਕੀਨ ਹੁੰਦੇ ਨੇ। ਰੀਸੈਂਟਲੀ ਅਸੀਂ ਦੇਖੀਏ ਤੇ ਬੈਰੀਐਟ੍ਰਿਕ ਸਰਜਰੀ, ਜਿਹੜੀ ਮੋਟਾਪੇ ਵਾਸਤੇ ਸਰਜਰੀ ਕੀਤੀ ਜਾਂਦੀ ਹੈ, ਉਹਦੇ ਅੰਦਰ ਜਿਹੜੇ ਸਰਜਰੀ ਕਰਾਉਣ ਆਏ ਇੰਡੀਆ ਦੇ ਡਾਟਾ ਦੇ ਅੰਦਰ ਜ਼ਿਆਦਾ ਲੋਕ ਵੈਜੀਟੇਰੀਅਨ ਸੀ। ਸੋ ਵੈਜੀਟੇਰੀਅਨ ਡਾਈਟ ਵੀ ਮਾੜੀ ਹੋ ਸਕਦੀ ਹੈ ਅਤੇ ਨੋਨ ਵੈਜੀਟੇਰੀਅਨ ਵੀ ਚੰਗੀ ਹੋ ਸਕਦੀ ਹੈ। ਜੇ ਅਸੀਂ ਦੇਖੀਏ ਜਲੇਬੀ ਪਿਓਰਲੀ ਵੈਜੀਟੇਰੀਅਨ ਹੈ ਅਤੇ ਉੱਧਰੋਂ ਦੀ ਅਸੀਂ ਗ੍ਰਿਲਡ ਫਿਸ਼ ਦੇਖੀਏ, ਉਹ ਇੱਕ ਨੋਨ ਵੈਜੀਟੇਰੀਅਨ ਡਾਈਟ ਹੈ। ਔਨ ਨਿਊਟ੍ਰੀਸ਼ਨ ਇੰਡੈਕਸ ਗ੍ਰਿਲਡ ਫਿਸ਼ ਵਿਲ ਬੀ ਫਾਰ ਬੈਟਰ ਦੈਨ ਜਲੇਬੀ। ਸੋ ਡਾਈਟ ਦੇ ਅੰਦਰ ਕਿਹੜੀਆਂ ਚੀਜ਼ਾਂ ਚੰਗੀਆਂ ਨੇ? ਵੈਜੀਟੇਰੀਅਨ ਡਾਈਟ ਦੇ ਅੰਦਰ ਹੋਲ ਫਰੂਟਸ, ਗ੍ਰੀਨ ਵੈਜੀਟੇਬਲਸ, ਇਹ ਚੰਗੇ ਨੇ। ਫਰੂਟਸ ਅਤੇ ਗ੍ਰੀਨ ਵੈਜੀਟੇਬਲਸ ਦੀ ਇੱਕ ਹੋਰ ਐਡਵਾਂਟੇਜ ਹੈਗੀ ਕਿ ਸਾਡਾ ਬਲੱਡ ਪ੍ਰੈਸ਼ਰ 6 ਤੋਂ 8 ਮਿਲੀਮੀਟਰ ਘਟਾਉਂਦੇ ਨੇ, ਜਸਟ ਲਾਈਕ ਅ ਮੈਡੀਸਨ। ਸੋ ਇਹ ਤੁਹਾਡੀ ਡਾਈਟ ਦੇ ਅੰਦਰ ਜ਼ਰੂਰ ਹੋਣੇ ਚਾਹੀਦੇ ਨੇ। ਅੱਛਾ ਡਾਕਟਰ ਮੋਹਿਤ, ਅੱਜ ਕੱਲ੍ਹ ਬਹੁਤ ਚੱਲਣ ਵੀ ਚੱਲ ਰਿਹਾ, ਬਾਰ-ਬਾਰ ਕਿਹਾ ਵੀ ਜਾ ਰਿਹਾ ਹੈ ਕਿ ਐਕਸਰਸਾਈਜ਼ ਜਿਹੜੀ ਹੈ ਉਹ ਬਹੁਤ ਜ਼ਰੂਰੀ ਇੱਕ ਹੈਲਦੀ ਹਾਰਟ ਵਾਸਤੇ। ਤੁਸੀਂ ਇਸ ਗੱਲ ਨਾਲ ਕਿੱਥੋਂ ਤੱਕ ਸਹਿਮਤ ਹੋ? ਕਿਹੜੀ ਐਕਸਰਸਾਈਜ਼? ਕਿਉਂਕਿ ਲੋਕ ਕੁਝ ਵੀ ਕਰੀ ਜਾਂਦੇ ਨੇ। एक्सरसाइज बहुत ज़्यादा ज़रूरी है एंड द सिंपल एक्सरसाइज इज़ टू वॉक। चलना तुरना फिरना वधिया है। ਤੁਸੀਂ ਕਿਸੇ ਨੂੰ ਵੀ ਅਗਰ ਉਹ ਹੈਲਦੀ ਜਾਂ ਆਪਣੇ ਹਾਰਟ ਨੂੰ स्ट्रॉन्ग बनाना चाहता है तो घटो घट 1 घंटा ज़रूर चलना फिरना चाहिए। ये ज़रूरी नहीं है कि आप जिम जाएं, वहाँ पे वेट ट्रेनिंग करें। द बेसिक एंड द सिंपलेस्ट एक्सरसाइज इज़ टू वॉक, चलना फिरना है, और वो कम से कम 1 घंटा चलना है। यू हैव टू एक्सरसाइज, इट शुड बी अ डिसिप्लिन। डिसिप्लिन का मतलब यू शुड डू इट रेगुलरली, नॉट वंस इन अ ब्लू मून आपका दिल करता है कि आप चल फिर लो, बट आपको रेगुलरली 1 आवर वन शुड वॉक। ਬਿਲਕੁਲ, ਉਹ ਪੰਜਾਬੀ ਦੀ ਕਹਾਵਤ ਵੀ ਹੈ ਕਿ ਮੇਲਾ ਜਿਹੜਾ ਉਹ ਤੁਰ ਫਿਰ ਕੇ ਵੇਖੀਦਾ। ਅਤੇ ਇੱਥੇ ਇਹ ਕਹਿਣਾ ਚਾਹਾਂਗਾ ਕਿ ਜਿਹੜਾ ਹਾਰਟ ਹੈ, ਜਿਹੜਾ ਤੁਹਾਡਾ ਦਿਲ ਹੈ, ਉਸ ਦੀ ਮਜ਼ਬੂਤੀ ਤੁਹਾਡੇ ਤੁਰਨ ਫਿਰਨ 'ਤੇ ਵੀ ਨਿਰਭਰ ਕਰਦੀ ਹੈ। ਅਤੇ ਡਾਕਟਰ ਮੋਹਿਤ, ਸਮੋਕਿੰਗ ਜੋ ਹੈ ਅਮੂਮਨ ਕਹਿੰਦੇ ਕਿ ਬਿਲਕੁਲ ਅਵੋਇਡ ਹੀ ਕਰਨੀ ਚਾਹੀਦੀ ਹੈ, ਪਰ ਸਮੋਕਿੰਗ ਦਾ ਜਿਹੜਾ ਹਾਰਮਫੁਲ ਇਫੈਕਟ ਹੈ ਉਹ ਹਾਰਟ ਦੇ ਉੱਤੇ ਕਿਸ ਕਦਰ ਹੋ ਸਕਦਾ ਹੈ? स्मोकिंग इज़ वेरी हार्मफुल फॉर हार्ट। हम कार्डियोलॉजिस्ट बहुत बार देखते हैं यंग जवान लोग हार्ट अटैक के साथ आते हैं, तो वन ऑफ द फोरमोस्ट रिस्क फैक्टर इज़ स्मोकिंग। तो अगर जवान लोगों में 30-40 की उम्र में बहुत सारे स्मोकर्स को हार्ट अटैक होता है और उनके प्रॉब्लम्स कम होती है, शुगर ब्लड प्रेशर की ज़्यादा प्रॉब्लम नहीं होती। जो स्मोकिंग है वो खून
क्लॉट नाड़ियों में, दिल की नाड़ियों में क्लॉट बनने की संभावना को बढ़ाती है। तो स्मोकिंग इज़ वेरी हार्मफुल फॉर हार्ट एंड इट शुड बी अवॉइडेड। ਜਿਵੇਂ ਡਾਕਟਰ ਮੋਹਿਤ ਨੇ, ਡਾਕਟਰ ਹਰਪ੍ਰੀਤ ਜ਼ਿਕਰ ਕੀਤਾ ਹੈ ਕਿ ਜੋ ਨੌਜਵਾਨ ਨੇ ਉਹਨਾਂ ਦੇ ਵਿੱਚ ਹਾਰਟ ਅਟੈਕ ਦੀ ਪ੍ਰੋਬਲਮ ਜਿਹੜੀ ਉਹ ਬਹੁਤ ਵੇਖਣ ਨੂੰ ਮਿਲ ਰਹੀ ਹੈ। ਕਮਿਊਨਿਟੀ ਦੇ ਤੌਰ ਤੇ ਤੁਹਾਨੂੰ ਲੱਗਦਾ ਹੈ ਕਿ ਇਸ ਨੂੰ ਠੱਲ ਪਾਈ ਜਾ ਸਕਦੀ ਹੈ, ਇਸ ਨੂੰ ਰੋਕਿਆ ਜਾ ਸਕਦਾ ਹੈ, ਕੀ ਉਪਰਾਲੇ ਕੀਤੇ ਜਾਣੇ ਚਾਹੀਦੇ ਨੇ? ਬਿਲਕੁਲ ਕੀਤਾ ਜਾਣਾ ਚਾਹੀਦਾ ਹੈ, ਬਿਕੋਜ਼ ਜਿਹੜਾ ਯੰਗਸਟਰ ਦੇ ਅੰਦਰ ਅਸੀਂ ਹਾਰਟ ਅਟੈਕ ਦੇਖ ਰਹੇ ਹਾਂ, ਇਹਦੇ ਕਾਮਨ ਕਾਰਨ ਕੀ ਨੇ? ਸੀਡੈਂਟਰੀ ਲਾਈਫ ਸਟਾਈਲ, ਜਿਹਦੇ ਅੰਦਰ ਲੋਕ ਜ਼ਿਆਦਾ ਤੁਰਦੇ ਫਿਰਦੇ ਨਹੀਂ ਹੈ, ਕੰਪਲੀਟਲੀ ਬੈੱਡ ਰਿਡਨ ਹੈਗੇ ਨੇ, ਸਿਰਫ ਕੰਪਿਊਟਰ ਤੇ ਬੈਠਿਆ, ਮੋਬਾਈਲ ਤੇ ਬੈਠਿਆ ਐਂਡ ਦੈਟਸ ਆਲ। ਤੇ ਦੂਸਰਾ ਪ੍ਰੋਬਲਮ ਹੈਗੀ ਹੈ ਡਰੱਗ ਐਡਿਕਸ਼ਨਸ। ਡਰੱਗ ਐਡਿਕਸ਼ਨਸ ਦੇ ਨਾਲ ਜਿਹੜੇ ਬਲੱਡ ਪ੍ਰੈਸ਼ਰ ਦੇ ਸਡਨ ਚੇਂਜਸ ਆਉਂਦੇ ਨੇ, ਦੇ ਕੈਨ ਪ੍ਰੋਡਿਊਸ ਹਾਰਟ ਅਟੈਕ। ਓਰਲ ਕੰਟਰਾਸੈਪਟਿਵ ਪਿਲਸ, ਯੰਗ ਏਜ ਦੇ ਅੰਦਰ ਡਾਇਬਟੀਜ਼ ਹੋਣਾ, ਇਹ ਸਾਰੇ ਕਾਰਨ ਨੇ ਜਿਹਦੇ ਕਰਕੇ ਡਾਇਬਟੀਜ਼ ਯੰਗਸਟਰਸ ਦੇ ਅੰਦਰ ਜ਼ਿਆਦਾ ਦੇਖੀ ਗਈ ਹੈ। ਐਂਡ ਅਨਦਰ ਥਿੰਗ ਇਜ਼ ਜਿਹੜਾ ਇੰਡੀਅਨ ਜਾਂ ਏਸ਼ੀਅਨ ਏਰੀਆ ਹੈ, ਇਹਦੇ ਅੰਦਰ ਸਾਡਾ ਮੋਟਾਪਾ ਅਲੱਗ ਤਰੀਕੇ ਦਾ ਹੈ ਵੈਸਟਰਨ ਕੰਟਰੀਜ਼ ਨਾਲੋਂ। ਵੈਸਟਰਨ ਕੰਟਰੀਜ਼ ਦੇ ਅੰਦਰ ਅਸੀਂ ਦੇਖਦੇ ਹਾਂ ਟੰਗ ਵੀ ਮੋਟੀ ਹੈ, ਪੇਟ ਵੀ ਮੋਟਾ ਹੈ। ਜਦੋਂ ਅਸੀਂ ਇੰਡੀਆ 'ਚ ਦੇਖਦੇ ਹਾਂ ਤੇ ਐਬਡੋਮੀਨਲ ਓਬੈਸਿਟੀ ਹੈਗੀ ਹੈ, ਟੰਗਾਂ ਪਤਲੀਆਂ ਨੇ। ਇਸ ਤਰ੍ਹਾਂ ਦੀ ਓਬੈਸਿਟੀ ਦੇ ਅੰਦਰ ਵਿਸਰਲ ਓਬੈਸਿਟੀ ਜ਼ਿਆਦਾ ਹੁੰਦੀ ਹੈ, ਫੈਟਸ ਵਿਸਰਾ ਦੇ ਅੰਦਰ ਜ਼ਿਆਦਾ ਹੁੰਦੀ ਹੈ। ਸੋ ਸਾਡਾ ਫਿਜ਼ੀਕਲ ਐਕਟੀਵਿਟੀ ਲੈਵਲ ਵੈਸਟਰਨ ਕਮਿਊਨਿਟੀਜ਼ ਨਾਲੋਂ ਵੀ ਜ਼ਿਆਦਾ ਹੋਣਾ ਚਾਹੀਦਾ। ਸੋ ਕਮਿਊਨਿਟੀ ਲੈਵਲ 'ਤੇ ਅਸੀਂ ਚੀਜ਼ਾਂ ਨੂੰ ਇੰਪਰੂਵ ਕਿੱਦਾਂ ਕਰਨਾ ਤਾਂ ਕਿ ਸਾਨੂੰ ਇਫੈਕਟ ਮਿਲੇ? ਬੱਚਿਆਂ ਨੂੰ ਅਸੀਂ ਟੀਚ ਕਰ ਸਕਦੇ ਹਾਂ, ਯੰਗਸਟਰਸ ਨੂੰ ਅਸੀਂ ਇਨਸੈਂਟੀਵਾਈਜ਼ ਕਰ ਸਕਦੇ ਹਾਂ। ਅਤੇ ਜਿਹੜਾ ਬੰਦਾ ਲਾਈਫ ਦੇ ਅੰਦਰ ਵੈਲ ਸੈਟਲਡ ਹੈ, ਉਹ ਜਾਂ ਤਾਂ ਡਰਾਵੇ ਧਮਕਾਵੇ ਨਾਲ ਕੰਮ ਕਰੇਗਾ ਅਤੇ ਜਾਂ ਸੋਸ਼ਲ ਪ੍ਰੈਸ਼ਰ, ਪੀਅਰ ਪ੍ਰੈਸ਼ਰ ਦੇ ਅੰਦਰ ਕੰਮ ਕਰੇਗਾ। ਤੁਸੀਂ ਉਹਨੂੰ ਇਨਸੈਂਟੀਵਾਈਜ਼ ਨਹੀਂ ਕਰ ਸਕਦੇ, ਉਹਨੂੰ ਸਮਝਾ ਵੀ ਨਹੀਂ ਸਕਦੇ। ਸੋ ਯੰਗਸਟਰਸ ਨੂੰ ਅੱਛੀ ਟੀਚਿੰਗ ਦੇਣਾ। ਅੱਜ ਕੱਲ੍ਹ ਜਿਸ ਤਰ੍ਹਾਂ ਅਸੀਂ ਸਕੂਲਾਂ ਦੇ ਅੰਦਰ ਦੇਖੀਏ ਤਾਂ ਦੇ ਆਰ ਹੈਵਿੰਗ 2 ਬ੍ਰੇਕਸ, ਵਨ ਇਜ਼ ਅ ਫਰੂਟ ਬ੍ਰੇਕ ਐਂਡ ਸੈਕਿੰਡ ਇਜ਼ ਲੰਚ ਬ੍ਰੇਕ। ਸੋ ਬੱਚਿਆਂ ਨੂੰ ਜਿਹੜੀ ਫਰੂਟ ਖਾਣ ਦੀ ਆਦਤ ਹੈਗੀ ਹੈ, ਉਹ ਤੁਸੀਂ ਛੋਟੇ ਹੁੰਦਿਆਂ ਤੋਂ ਪਾ ਰਹੇ ਹੋ। ਅਤੇ ਐਲਡਰਲੀ ਵਾਸਤੇ ਕਈ ਥਾਵਾਂ 'ਤੇ ਫਿਜ਼ੀਕਲ ਐਕਟੀਵਿਟੀ ਨੂੰ ਉਹਨਾਂ ਦੇ ਕਰੀਕੁਲਮ 'ਚ ਐਡ ਕਰ ਦਿੱਤਾ ਗਿਆ। ਤੁਸੀਂ ਆਪਣੇ ਆਫਿਸ ਜਾਓ, ਆਫਿਸ ਦੇ ਅੰਦਰ ਇੱਕ ਟ੍ਰੈਡਮਿਲ ਪਿਆ, ਤੁਸੀਂ ਜਿਸ ਟਾਈਮ ਵਿਹਲੇ ਹੈਗੇ ਹੋ ਤੁਸੀਂ ਉਸ ਟਾਈਮ ਟ੍ਰੈਡਮਿਲ 'ਤੇ ਐਕਸਰਸਾਈਜ਼ ਕਰ ਲਓ। ਤੁਹਾਡਾ ਕੁਲੀਗ ਕਰ ਰਿਹਾ ਤਾਂ ਅੰਡਰ ਪੀਅਰ ਪ੍ਰੈਸ਼ਰ ਯੂ ਵਿਲ ਵਰਕ। ਅਤੇ ਕੁਝ ਕੰਟਰੀਜ਼ ਦੇ ਅੰਦਰ ਅਨਹੈਲਦੀ ਲਾਈਫ ਸਟਾਈਲ ਦੇ ਅੰਦਰ ਉਹਨਾਂ ਨੇ ਪੈਨਲਟੀਜ਼ ਬਹੁਤ ਹੈਵੀ ਰੱਖੀਆਂ। ਜੇ ਤੁਸੀਂ ਖਾਣੇ ਦੇ ਅੰਦਰ ਟਰਾਂਸ ਫੈਟਸ ਯੂਜ਼ ਕਰ ਰਹੇ ਹੋ, ਦਾ ਪੈਨਲਟੀਜ਼ ਆਰ ਸੋ ਹੈਵੀ ਕਿ ਤੁਸੀਂ ਇੱਦਾਂ ਦਾ ਕੰਮ ਕਰੋਗੇ ਹੀ ਨਹੀਂ। ਸੋ ਇਸ ਤਰੀਕੇ ਨਾਲ ਮੇਰੇ ਖਿਆਲ ਜੇ ਅਸੀਂ ਕਮਿਊਨਿਟੀ ਲੈਵਲ 'ਤੇ ਏਜ ਵਾਈਜ਼ ਟਾਰਗੇਟ ਕਰੀਏ ਤੇ ਵੀ ਕੈਨ ਅਚੀਵ ਅ ਲੋਟ। ਅਤੇ ਡਾਕਟਰ ਸਾਹਿਬ, ਅਮੂਮਨ ਅੱਜ ਕੱਲ੍ਹ ਹਾਈ BP ਦੀ ਪ੍ਰੋਬਲਮ ਜਿਹੜੀ ਆ ਬਹੁਤ ਵੇਖਣ ਨੂੰ ਮਿਲਦੀ ਹੈ। ਪਹਿਲੇ ਤਾਂ ਇਸ ਦੇ ਸਿੰਪਟਮਸ ਕੀ ਹੁੰਦੇ ਨੇ, ਅਤੇ ਇੱਕ ਇਹ ਵੀ ਮਿਥ ਹੈ ਕਿ ਜੇ BP ਦੀ ਗੋਲੀ ਇੱਕ ਵਾਰ ਲੱਗ ਗਈ ਤਾਂ ਸਾਰੀ ਜ਼ਿੰਦਗੀ ਖਾਣੀ ਪੈਣੀ ਹੈ? ਬਲੱਡ ਪ੍ਰੈਸ਼ਰ ਇੱਕ ਸਾਇਲੈਂਟ ਕਿਲਰ ਹੈਗਾ, ਇਹਦੇ ਕੋਈ ਵੀ ਸਿੰਪਟਮ ਨਹੀਂ ਹੁੰਦੇ, ਅਸੀਂ ਨਾਪਾਂਗੇ ਤੇ ਪਤਾ ਲੱਗੇਗਾ। ਸੋ ਹਰ ਹਾਊਸ ਹੋਲਡ ਦੇ ਅੰਦਰ ਇੱਕ BP ਇੰਸਟਰੂਮੈਂਟ ਅਤੇ ਇੱਕ ਬਲੱਡ ਗਲੂਕੋਜ਼ ਮੋਨੀਟਰ ਵਾਸਤੇ ਹਰੇਕ ਹਾਊਸ ਹੋਲਡ ਦੇ ਅੰਦਰ ਇਹ ਹੋਣਾ ਚਾਹੀਦਾ। ਅਤੇ ਇਹ ਬਹੁਤ ਕਾਮਨ ਮਿਥ ਹੈਗੀ ਹੈ, ਬਹੁਤ ਕਾਮਨ ਮਿਸਕਨਸੈਪਸ਼ਨ ਹੈਗੀ ਹੈ ਕਿ ਜਦੋਂ ਸਾਡਾ BP ਵਧੇਗਾ ਤਾਂ ਸਾਡਾ ਸਿਰ ਦੁਖੇਗਾ, ਚੱਕਰ ਆਉਣਗੇ, ਸਾਨੂੰ ਪਤਾ ਲੱਗ ਜਾਏਗਾ। ਲੇਕਿਨ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੁੰਦਾ। ਜਦੋਂ ਅਸੀਂ ਦੌੜਦੇ ਹੈਗੇ ਹਾਂ, ਸਾਡਾ ਬਲੱਡ ਪ੍ਰੈਸ਼ਰ 180 200 ਤੱਕ ਜਾਂਦਾ, ਸਾਨੂੰ ਕੁਝ ਵੀ ਨਹੀਂ ਫੀਲ ਹੁੰਦਾ। ਸੋ ਵਧਿਆ ਹੋਇਆ ਬਲੱਡ ਪ੍ਰੈਸ਼ਰ ਇਨਸਾਨ ਫੀਲ ਨਹੀਂ ਕਰ ਸਕਦਾ। ਇਸ ਕਰਕੇ ਬਲੱਡ ਪ੍ਰੈਸ਼ਰ ਜਦੋਂ ਵੀ ਅਸੀਂ ਨਾਪਣਾ, ਰੈਸਟਿੰਗ ਕੰਡੀਸ਼ਨ ਦੇ ਅੰਦਰ ਨਾਪਣਾ। ਜਦੋਂ ਕੋਈ ਸਿੰਪਟਮ ਆ ਰਿਹਾ ਉਸ ਟਾਈਮ ਬਲੱਡ ਪ੍ਰੈਸ਼ਰ ਨਾਪਣ ਦਾ ਕੋਈ ਫਾਇਦਾ ਨਹੀਂ। ਅਤੇ ਇਹ ਜੇ ਅਸੀਂ ਬਲੱਡ ਪ੍ਰੈਸ਼ਰ ਨੂੰ ਟਰੀਟ ਕਰਦੇ ਹਾਂ, ਲਾਈਫ ਲੌਂਗ ਟਰੀਟ ਕਰਦੇ, ਜੇ ਕਈ ਸਾਲ ਤੱਕ ਟਰੀਟ ਕਰਦੇ ਹਾਂ, ਤਾਂ ਜਾ ਕੇ ਸਟ੍ਰੋਕ ਦਾ ਰਿਸਕ, ਕਿਡਨੀ ਫੇਲਿਅਰ ਦਾ ਰਿਸਕ ਅਤੇ ਹਾਰਟ ਅਟੈਕ ਦਾ ਰਿਸਕ ਘਟਦਾ। ਸੋ ਜੇ ਇਹ ਚੀਜ਼ ਬਲੱਡ ਪ੍ਰੈਸ਼ਰ ਦੀ ਦਵਾਈ ਸਾਨੂੰ ਫਾਇਦਾ ਦੇ ਰਹੀ ਹੈ ਤਾਂ ਸਾਨੂੰ ਇਹ ਲੈਣੀ ਚਾਹੀਦੀ ਹੈ, ਜਦੋਂ ਤੱਕ ਅਸੀਂ ਆਪਣਾ ਬਲੱਡ ਪ੍ਰੈਸ਼ਰ 130-80 ਤੋਂ ਘੱਟ ਨਹੀਂ ਰੱਖ ਸਕਦੇ। ਜੇ ਅਸੀਂ ਡਾਈਟ ਅਤੇ ਲਾਈਫ ਸਟਾਈਲ ਦੇ ਨਾਲ BP ਘਟਾ ਲੈਂਦੇ ਹਾਂ ਤਾਂ ਸਾਨੂੰ ਦਵਾਈ ਦੀ ਲੋੜ ਨਹੀਂ। ਪਰ ਜੇ ਅਸੀਂ ਨਹੀਂ ਉਹ ਕਰ ਪਾਉਂਦੇ ਡਾਈਟ ਅਤੇ ਲਾਈਫ ਸਟਾਈਲ ਦੇ ਨਾਲ, ਤਾਂ ਸਾਨੂੰ ਲਾਈਫ ਲੌਂਗ ਦਵਾਈ ਲੈਣੀ ਚਾਹੀਦੀ ਹੈ। ਉਹ ਸਾਡੀ ਜ਼ਿੰਦਗੀ ਵਧਾਉਂਦੀ ਹੈ। ਇਹਦਾ ਡਾਕਟਰ ਸਾਹਿਬ ਡਾਈਟ ਅਤੇ ਲਾਈਫ ਸਟਾਈਲ ਨੂੰ ਲੈ ਕੇ ਵੀ ਕੁਝ ਥੋੜ੍ਹੇ ਜਿਹੇ ਟਿਪਸ ਜਿਸ ਨਾਲ BP ਜਿਹੜਾ ਹੈ ਉਹ ਕੰਟਰੋਲ 'ਚ ਹੀ ਰਹੇ? ਬਹੁਤ ਛੋਟੀਆਂ ਚੀਜ਼ਾਂ ਜਿਹੜੀ ਅਸੀਂ ਕਰਨੀਆਂ। ਇਨਕਰੀਜ਼ਡ ਫਿਜ਼ੀਕਲ ਐਕਟੀਵਿਟੀ। ਜੇ ਤੁਸੀਂ ਕਿਸੇ ਵੀ ਥਾਂ 'ਤੇ ਕੰਮ ਕਰ ਰਹੇ ਹੋ, ਲਿਫਟ ਯੂਜ਼ ਨਾ ਕਰਕੇ ਪੌੜੀਆਂ ਯੂਜ਼ ਕਰੋ। ਡੇ ਟੂ ਡੇ ਐਕਟੀਵਿਟੀਜ਼ ਨੂੰ ਵਧਾਓ। ਸੈਕਿੰਡ, ਓਬੈਸਿਟੀ ਨੂੰ ਕੰਟਰੋਲ ਕਰਨਾ, ਆਪਣੀਆਂ ਕੈਲੋਰੀ ਇਨਟੇਕ ਆਪਣੇ ਮੂੰਹ 'ਤੇ ਕੰਟਰੋਲ ਰੱਖੋ, ਬੋਲਣ ਦੇ ਅੰਦਰ ਵੀ ਅਤੇ ਖਾਣ ਦੇ ਅੰਦਰ ਵੀ। ਸਾਲਟ ਇਨਟੇਕ ਲੋ ਹੋਣਾ ਚਾਹੀਦਾ, ਉਹਦੇ ਅੰਦਰ ਪ੍ਰੀਜ਼ਰਵਡ ਫੂਡ ਅਤੇ ਜੰਕ ਫੂਡ ਘੱਟ ਖਾਣਾ। ਜਿਹੜਾ ਅਸੀਂ ਨਾਰਮਲ ਟੇਬਲ ਸਾਲਟ ਦਾਲ ਸਬਜ਼ੀ ਦੇ ਅੰਦਰ ਪਾ ਰਹੇ ਹਾਂ, ਉਹਨੂੰ ਘੱਟ ਕਰਨ ਦੀ ਬਿਲਕੁਲ ਵੀ ਲੋੜ ਨਹੀਂ। ਜੇ ਅਸੀਂ ਸੌਸਸ ਘੱਟ ਕਰ ਦਿਆਂਗੇ, ਪ੍ਰੀਜ਼ਰਵਡ ਫੂਡ ਘੱਟ ਕਰ ਦਿਆਂਗੇ, ਦੈਟ ਇਜ਼ ਮੋਰ ਦੈਨ ਫਾਈਨ। ਡਾਕਟਰ ਮੋਹਿਤ, ਤੁਹਾਡੇ ਕੋਲੋਂ ਮੈਂ ਜਾਣਨਾ ਚਾਹਾਂਗਾ ਕਿ ਹਾਰਟ ਅਟੈਕ ਅਤੇ ਐਂਜਾਈਨਾ ਦੇ ਇਹਦੇ सिम्टम्स बेसिकली ਕੀ ਹੁੰਦੇ ਨੇ? एंजाइना का मतलब है किसी को चलने फिरने से छाती में भारीपन होना या सफोकेशन होना।
तो क्रॉनिक स्टेबल एंजाइना टर्म है जो हम कार्डियोलॉजिस्ट यूज़ करते हैं, का मतलब कि जैसे कोई इंसान चलता है, उसकी छाती भारी हो जाती है, वो 2 मिनट रेस्ट करता है तो वो ठीक महसूस करता है, तो दिस इज़ कॉल्ड एंजाइना ऑन एक्सर्शन। ये बहुत बार जिन लोगों में शुगर है, हाइपरटेंशन है, स्मोकिंग है, मिडल एज लोग हैं, तो दिस इज़ बिकॉज ऑफ ब्लॉकेजेस जो दिल की नाड़ियाँ, जो दिल के हार्ट मसल को ब्लड सप्लाई करती हैं, उसकी ब्लॉकेजेस के कारण ये सिम्टम यूजुअली होते हैं इन मोस्ट ऑफ द पेशेंट पीपल। हार्ट अटैक के सिम्टम्स जो हैं वो बहुत ज़ोर से छाती में दर्द होना, जो रेस्ट करने पे भी ठीक ना हो, 15-20 मिनट से ज़्यादा हो, सीवियर पेन हो, उसके साथ घबराहट हो और पसीना आए, ये मेजर हार्ट अटैक के सिम्टम्स हैं। और ये तब होते हैं जब जो दिल की नाड़ियाँ जो ब्लड सप्लाई करती हैं हार्ट मसल को, उसमें 95% से ज़्यादा ब्लॉकेज होता है, तब रेस्ट पे सिम्टम्स होते हैं। मेजर हार्ट अटैक में चलने फिरने से नहीं, रेस्ट पे ही सिम्टम्स होते हैं, और वो रेस्ट बहुत बार दवाइयों से भी, कुछ सॉबिट्रेट या कुछ दवाइयाँ लेने से भी वो ठीक नहीं होते। तो मेजर हार्ट अटैक में हमें जल्दी से जल्दी अगर ऐसे सिम्टम्स हो तो हॉस्पिटल जाना चाहिए। और बहुत सारे लोगों को लगता है ये गैस की वजह से है, पर अगर उनको लगता है चाहे गैस की वजह से भी हो सकता है, कभी कभी छाती में जलन हो सकती है, उल्टी जैसा हो सकता है, पर इट इज़ बेटर टू गो टू द नियर बाय हॉस्पिटल, गेट एन ECG डन, गेट ब्लड प्रेशर एंड शुगर चेक। ਬਿਲਕੁਲ ਸੁਹਾਨਾ ਹਸਪੀਟਲ ਦੇ ਵਿੱਚ ਮੈਨੂੰ ਲੱਗਦਾ ਡਾਕਟਰ ਸਾਹਿਬ ਇਹ ਸਾਰੀ ਫੈਸਿਲਿਟੀਜ਼ ਜ਼ਰੂਰ ਅਵੇਲੇਬਲ ਹੋਣਗੀਆਂ ਤੇ ਉੱਥੇ ਜਾ ਕੇ ਤੁਸੀਂ ਆਪਣਾ ਪ੍ਰੋਪਰ ਜਿਹੜਾ ਹਾਰਟ ਦਾ ਚੈੱਕਅਪ ਕਰਾ ਸਕਦੇ ਹੋ। ਤੇ ਡਾਕਟਰ ਹਰਪ੍ਰੀਤ, ਜਿਸ ਨੂੰ ਹਾਰਟ ਪ੍ਰੋਬਲਮ ਹੈ ਉਸ ਲਈ ਬੈਟਰ ਕੀ ਹੈ, ਮੈਡੀਸਿਨ, ਸਟੰਟ ਜਾਂ ਬਾਈਪਾਸ ਸਰਜਰੀ? ਜੇ ਕੋਈ ਬੰਦਾ ਇਫ ਸਮਬਡੀ ਇਜ਼ ਲਿਵਿੰਗ ਲੌਂਗ ਇਨਫ ਤਾਂ ਮੋਸਟ ਲਾਈਕਲੀ ਉਹਨੂੰ ਆ ਤਿੰਨੋਂ ਚੀਜ਼ਾਂ ਦੀ ਲੋੜ ਪਏਗੀ ਸਮ ਸਟੇਜ ਆਫ ਹਿਜ਼ ਲਾਈਫ। ਜੇ ਅਸੀਂ XPM ਮਨਮੋਹਨ ਸਿੰਘ ਜੀ ਨੂੰ ਦੇਖੀਏ ਤਾਂ ਉਹਨਾਂ ਦੀ ਐਂਜੀਓਪਲਾਸਟੀ ਵੀ 2 ਵਾਰੀ ਹੋਈ ਹੈ, ਉਹਨਾਂ ਦਾ ਬਾਈਪਾਸ ਵੀ 2 ਵਾਰੀ ਹੋਇਆ, ਐਂਡ ਹੀ ਇਜ਼ ਔਨ ਲਾਈਫ ਲੌਂਗ ਮੈਡੀਕੇਸ਼ਨਸ। ਸੋ ਸੁਹਾਨਾ ਹਸਪੀਟਲ ਦੇ ਅੰਦਰ ਜਿਹੜਾ ਅਸੀਂ ਡਿਸੀਜਨ ਲੈਂਦੇ ਆ ਐਂਜੀਓਗ੍ਰਾਫੀ ਤੋਂ ਬਾਅਦ, ਅਸੀਂ ਹਾਰਟ ਟੀਮ ਅਪਰੋਚ ਨਾਲੇ ਲਈਦਾ। ਹਾਰਟ ਟੀਮ ਅਪਰੋਚ ਦੇ ਅੰਦਰ ਕਾਰਡੀਓਲੋਜਿਸਟ ਹੈ, ਕਾਰਡੀਅਕ ਸਰਜਨ ਹੈ, ਕਾਰਡੀਅਕ ਐਨਸਥੈਟਿਸਟ ਹੈ। ਉਹ ਆ ਦੇਖਦਾ ਕਿ ਇਹਨੂੰ ਸਰਜਰੀ ਵਾਸਤੇ ਰਿਸਕ ਕਿੰਨਾ, ਬਾਈਪਾਸ ਨਾਲੇ ਜ਼ਿਆਦਾ ਫਾਇਦਾ ਹੋਏਗਾ ਜਾਂ ਸਟੈਂਟ ਨਾਲੇ ਜ਼ਿਆਦਾ ਫਾਇਦਾ ਹੋਏਗਾ। ਮੈਡੀਸਿਨ ਸਾਰਿਆਂ ਨੂੰ ਲਾਈਫ ਲੌਂਗ ਚੱਲਣੀ ਆ। ਐਂਜੀਓਪਲਾਸਟੀ ਵਰਸਸ ਬਾਈਪਾਸ ਦਾ ਡਿਸੀਜਨ ਅਸੀਂ ਇੱਕ ਟੀਮ ਅਪਰੋਚ ਨਾਲੇ ਲਈਦਾ। ਜਿੱਦਾਂ ਅੰਮ੍ਰਿਤਾ ਪ੍ਰੀਤਮ ਜੀ ਦੀ ਵਰਡਿੰਗ ਹੈ ਨਾ ਜੀ, ਮਾਨ ਸੁੱਚੇ ਇਸ਼ਕ ਦਾ ਹੈ, ਹੁਨਰ ਦਾ ਦਾਵਾ ਨਹੀਂ। ਸੋ ਸਾਡੀਆਂ ਇੰਟੈਂਸ਼ਨਸ ਠੀਕ ਹੋਣੀਆਂ ਚਾਹੀਦੀਆਂ ਬਾਈਪਾਸ ਵਰਸਸ ਐਂਜੀਓਪਲਾਸਟੀ ਡਿਸਾਈਡ ਕਰਨ ਲੱਗਿਆ। ਅੱਛਾ ਡਾਕਟਰ ਮੋਹਿਤ, ਹਾਰਟ ਫੇਲੀਅਰ ਜੋ ਹੈ ਉਸ ਦੇ ਤੁਸੀਂ ਹਾਰਟ ਅਟੈਕ ਦੇ सिम्टम्स तो दसे, हार्ट फेलियर के सिम्टम्स ਜਿਹੜੇ ਨੇ ਉਹ ਕੀ ਹੁੰਦੇ ਨੇ? हार्ट फेलियर का मतलब है कि दिल की पंपिंग, जो हार्ट मसल है वो ब्लड पंप करते, तो दिल की पंपिंग कम होने की वजह से जो सिम्टम्स होते हैं, तो जो मोस्ट कॉमन जो इसका सिम्टम है वो सांस फूलना है, कि चलने फिरने से सांस फूल रहा है। बहुत बार लोगों को बैठे बैठे भी सांस फूलता है। काफ़ी लोगों को ऐसा होता है कि बैठे हुए ठीक होते हैं, पर जब लेटते हैं तो सांस फूलता है और उनको बैठना पड़ता है, और पैरों में सोजिश हो सकती है, पेट में थोड़ा भारीपन जैसा लग सकता है। तो दीज आर मोस्ट कॉमन सिम्टम्स। अगर किसी को ये सिम्टम्स हैं तो उसको कार्डियोलॉजिस्ट से सलाह लेना चाहिए। बहुत जगह पे, बहुत हॉस्पिटल्स में हार्ट फेलियर क्लिनिक, कुछ अलग क्लिनिक्स होते हैं जहाँ पे ट्रेंड नर्सेज होती हैं, एक जूनियर डॉक्टर होता है, एंड पीपल उनको नंबर दिया जाता है, वो इन टच रहते हैं। क्योंकि हार्ट फेलियर में आपको आइडियली जब तक पेशेंट स्टेबलाइज नहीं हो जाता, आपको हर 5-7 दिन में बाद उसका ब्लड प्रेशर, उसका यूरिन आउटपुट, उसका शुगर, उसका हार्ट रेट, ये सब कुछ मॉनिटर करना चाहिए, उनका किडनी टेस्ट, उनका सोडियम पोटाशियम। सो इट इज़ अ टीम अप्रोच, बट मेडिकेशंस आर वेरी इफेक्टिव and 80% of people will benefit from the treatment। ਤੇ ਡਾਕਟਰ ਸਾਹਿਬ ਜਾਨਣਾ ਚਾਹਾਂਗਾ ਕਿ ਰਿਦਮ ਐਬਨੋਰਮੈਲਿਟੀਜ਼ ਜੋ ਨੇ ਹਾਰਟ ਐਂਡ ਕਾਰਡੀਅਕ ਅਰੈਸਟ ਦੀ, ਜਿਸ ਨਾਲ ਸਡਨ ਡੈਥ ਵੀ ਹੋ ਜਾਂਦੀ ਹੈ, ਇਸ ਦੀ ਰੋਕਥਾਮ ਲਈ ਕੀ ਕੀਤਾ ਜਾ ਸਕਦਾ ਤੇ ਇਸ ਦੇ ਕਾਰਨ ਕੀ ਰਹਿੰਦੇ ਨੇ? ਸਡਨ ਡੈਥ ਜਿਹੜੀ ਹੈਗੀ ਹੈ ਉਹ ਮੋਸਟਲੀ ਰਿਦਮ ਐਬਨੋਰਮੈਲਿਟੀਜ਼ ਕਰਕੇ ਹੁੰਦੀ ਹੈ। ਆਈਦਰ ਹਾਰਟ ਰੇਟ ਦਾ ਸਲੋ ਹੋਣਾ, ਬ੍ਰੈਡੀਅਰਿਥਮੀਆ, ਜਾਂ ਹਾਰਟ ਰੇਟ ਦਾ ਬਹੁਤ ਜ਼ਿਆਦਾ ਫਾਸਟ ਹੋ ਜਾਣਾ, ਟੈਕੀਅਰਿਥਮੀਆ।
ਸੋ ਜੇ ਤੁਸੀਂ ਦੇਖੋ ਤਾਂ 에ਅਰਪੋਰਟਸ ਤੇ ਜਿਹੜੇ ਪਲੇਗਰਾਊਂਡਸ ਆ ਉਹਨਾਂ ਥਾਵਾਂ ਤੇ AEDs ਹੁੰਦੇ ਨੇ, ਆਟੋਮੈਟਿਕ ਐਕਸਟਰਨਲ ਡੀਫਿਬ੍ਰਿਲੇਟਰਸ। ਜਿਸ ਤਰ੍ਹਾਂ ਹੁਣੇ ਤੁਸੀਂ ਪਿੱਛੇ ਜੇ ਫੁੱਟਬਾਲ ਦਾ ਮੈਚ ਦੇਖ ਰਹੇ ਸੀ, ਯੂਰੋ ਕਲੱਬ ਜਿਹੜਾ ਹੁਣੇ ਰੀਸੈਂਟ ਹੋਏ ਸਨ, ਉਹਦੇ ਵਿੱਚ ਡੈਨਮਾਰਕ ਦਾ ਜਿਹੜਾ ਪਲੇਅਰ ਸੀਗਾ, ਵਾਈਲ ਪਲੇਇੰਗ ਹੀ ਹੈਡ ਅ ਕਾਰਡਿਕ ਅਰੈਸਟ ਐਂਡ ਹੀ ਵਾਜ਼ ਰਿਵਾਈਵਡ ਵਿਦ ਸ਼ੌਕ। ਤੇ ਉਸ ਤੋਂ ਬਾਅਦ ਸਿਮਿਲਰ ਚੀਜ਼ ਜਿਹੜੀ ਬਾਹਰੋਂ ਦੀ ਅਸੀਂ ਸ਼ੌਕ ਦਿੰਦੇ ਹਾਂ, ਅਸੀਂ ਉਸ ਤਰ੍ਹਾਂ ਦਾ ਡਿਵਾਈਸ ਵੀ ਆਉਂਦਾ ਜਿਹੜਾ ਅਸੀਂ ਸੁਹਾਨਾ ਦੇ ਅੰਦਰ ਪਾ ਰਹੇ ਹਾਂ, ਜਿਹਨੂੰ ਕਹਿੰਦੇ ਆ ਇੰਪਲਾਂਟੇਬਲ ਕਾਰਡਿਕ ਡੀਫਿਬ੍ਰਿਲੇਟਰ। ਤਾਂ ਇਹ ਮਸ਼ੀਨ ਹੈਗੀ ਹੈ, ਬਿਲਕੁਲ ਪੇਸਮੇਕਰ ਤਰ੍ਹਾਂ ਹੁੰਦੀ ਹੈ। ਇਹ ਹਾਰਟ ਰੇਟ ਘਟਣ 'ਤੇ ਹਾਰਟ ਰੇਟ ਨੂੰ ਵਧਾਉਂਦੀ ਹੈ, ਅਤੇ ਜੇ ਹਾਰਟ ਰੇਟ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਤਾਂ ਸ਼ੌਕ ਦੇ ਕੇ ਉਹਨੂੰ ਨੋਰਮਲਾਈਜ਼ ਕਰਦੀ ਹੈ। ਸੋ ਸਡਨ ਕਾਰਡਿਕ ਡੈਥ ਜਿਹੜੀ ਅਰਿਥਮੀਆ ਕਰਕੇ ਹੋ ਰਹੀ ਹੈ, ਉਹ ਹਾਰਟ ਰੇਟ ਘਟਣ ਕਰਕੇ ਹੁੰਦੀ ਹੈ ਅਤੇ ਅਸੀਂ ਪੇਸਮੇਕਰ ਪਾਉਂਦੇ ਹਾਂ। ਅਤੇ ਜੇ ਉਹ ਹਾਰਟ ਰੇਟ ਬਹੁਤ ਜ਼ਿਆਦਾ ਵਧਣ ਕਰਕੇ ਹੋ ਰਹੀ ਹੈ ਤਾਂ ਅਸੀਂ ਇੰਪਲਾਂਟੇਬਲ ਕਾਰਡੀਓਵਰਟਰ ਡੀਫਿਬ੍ਰਿਲੇਟਰ ਪਾਉਂਦੇ ਹਾਂ। ਡਾਕਟਰ ਮੋਹਿਤ, ਆਮ ਅੱਜ ਕੱਲ੍ਹ ਸੁਣਨ ਨੂੰ ਮਿਲ ਰਿਹਾ ਹੈ ਕਿ ਕੋਵਿਡ ਦਾ ਅਸਰ ਜਿਹੜਾ ਹੈ ਉਹ ਹਾਰਟ ਦੇ ਉੱਤੇ ਕਾਫੀ ਜ਼ਿਆਦਾ ਹੋ ਰਿਹਾ, ਅਤੇ ਇਹਦਾ ਅਸਰ ਕਿਸ ਹੱਦ ਤੱਕ ਹੈ ਅਤੇ ਕਿੰਨੀ ਇਹਦੇ 'ਚ ਸੱਚਾਈ ਹੈ? देखो, अगर ऐसा है कि कुछ पेशेंट्स जो बुज़ुर्ग हैं या जिनको शुगर है, ब्लड प्रेशर है, पहले से ही उनको दिल की समस्या है, एक तो अगर उन लोगों को कोविड होता है तो उसका सिवियरिटी ज़्यादा हो सकता है बिकॉज ऑफ अदर प्रॉब्लम्स, एंड उनकी जो हार्ट की समस्या है वो बढ़ सकती है। पहली चीज़, अगर बहुत बार ऐसा होता है कुछ मिडिल एज या जवान लोग जिनको पहले हार्ट की समस्या नहीं है, इफ़ दे हैव सीवियर कोविड मीन्स अगर उनका सैचुरेशन कम होता है, उनको हॉस्पिटलाइज होना पड़ता है, उनको हाई ग्रेड फीवर आ रहा है, हाई फ्लो ऑक्सीजन लगा है, इन लोगों को ऐसा देखा गया है कि उनकी नाड़ियों में ब्लड क्लॉट्स बनने की संभावना रहती है। जैसे बहुत सारे लोगों को लंग्स में ब्लड क्लॉट बनते हैं, जिसको हम पल्मोनरी थ्रोम्बोएम्बोलिज्म कहते हैं। कई लोगों को दिल की नाड़ियों में ब्लड क्लॉट बनने से हार्ट अटैक हो सकता है। तकरीबन 1 से 2% लोग ही होते हैं जिनको दिल में इन्फ्लेमेशन होता है, जिसको हम मायोकार्डाइटिस कहते हैं। बट दिस इज़ ओनली 1 to 2% ऑफ पेशेंट हु विल हैव हार्ट प्रॉब्लम, हार्ट इन्फेक्शन और हार्ट इन्फ्लेमेशन, जिसकी वजह से उनको कार्डियक फेलियर हो सकता है, कुछ अरिथमिया हो सकते हैं। बट दिस इज़ ओनली 1 to 2% ऑफ, एंड मोस्ट ऑफ देम आर सीवियर कोविड केसेस। ਅੱਛਾ ਡਾਕਟਰ ਹਰਪ੍ਰੀਤ, ਇਹ ਬਾਰ-ਬਾਰ ਸੁਣਨ ਨੂੰ ਮਿਲਦਾ ਹੈ ਕਿ ਵੈਕਸੀਨ ਲਵਾਈ ਸੀ ਅਸੀਂ ਅਤੇ ਹਾਰਟ ਅਟੈਕ ਹੋ ਗਿਆ, ਇਹਦੇ 'ਚ ਕਿੰਨੀ ਕੁ ਸੱਚਾਈ ਹੈ? ਪਹਿਲੀ ਗੱਲ, ਇਹ ਪੂਰੀ ਤਰ੍ਹਾਂ ਰੋਂਗ ਨਹੀਂ ਹੈ। ਇਹ ਕੰਪਲਿਕੇਸ਼ਨ ਹੋ ਸਕਦੀ ਹੈ, ਲਗਵਾਉਣੀ ਚਾਹੀਦੀ ਹੈ ਨਹੀਂ ਚਾਹੀਦੀ, ਉਹ ਅਸੀਂ ਇਸ 'ਤੇ ਡਿਸਾਈਡ ਕਰਦੇ ਹਾਂ ਰਿਸਕ ਬੈਨੀਫਿਟ ਰੇਸ਼ੋ ਕਿੰਨਾ ਹੈ। ਜੇ ਅਸੀਂ ਦੇਖਦੇ ਹਾਂ ਕੋਵਿਡ ਹੁੰਦਾ ਰਿਸਕ ਕਿੰਨਾ ਹੈ ਅਤੇ ਕੋਵਿਡ ਦੇ ਅੰਦਰ ਹਾਰਟ ਦੀਆਂ ਕਿੰਨੀਆਂ ਪ੍ਰੋਬਲਮ ਹੋ ਸਕਦੀਆਂ ਵਰਸਸ ਵੈਕਸੀਨ ਲਗਾਉਣ ਦੇ ਅੰਦਰ ਹਾਰਟ ਦੀ ਕਿੰਨੀ ਪ੍ਰੋਬਲਮ ਹੋ ਸਕਦੀ ਹੈ, ਤਾਂ ਡੈਫੀਨੇਟਲੀ ਇਟ ਇਜ਼ ਇਨ ਫੇਵਰ ਆਫ ਗੋਇੰਗ ਫॉर ਵੈਕਸੀਨ। ਸੋ ਹੁਣ ਨੈਕਸਟ ਕੁਐਸਚਨ ਕਿ ਕੋਵਿਡ ਵੈਕਸੀਨ ਕਰਕੇ ਹਾਰਟ ਅਟੈਕ ਹੋ ਸਕਦਾ ਜਾਂ ਨਹੀਂ ਹੋ ਸਕਦਾ? ਯੈਸ, ਰੇਅਰ ਇੰਸਟੈਂਸਿਸ ਦੇ ਅੰਦਰ ਹੋ ਸਕਦਾ। ਉਹਦੇ 2 ਰੀਜ਼ਨਸ ਨੇ। ਇੱਕ ਤਾਂ ਕਿਸੇ ਵੀ ਵੈਕਸੀਨ ਤੋਂ ਹੋ ਸਕਦਾ। ਜਦੋਂ ਵੈਕਸੀਨ ਅਸੀਂ ਦਿੰਦੇ ਹਾਂ ਤਾਂ ਉਹ ਬਾਡੀ ਦੇ ਅੰਦਰ ਇਨਫਲੇਮੇਸ਼ਨ ਪ੍ਰੋਡਿਊਸ ਕਰਦੀ ਹੈ, ਐਂਡ ਇਨਫਲੇਮੇਸ਼ਨ ਪ੍ਰੀਡਿਸਪੋਜ਼ਸ ਟੂ ਹਾਰਟ ਅਟੈਕ। ਸੋ ਵੈਕਸੀਨ ਦੇ ਨਾਲ ਪ੍ਰੋਬਲਮ ਹੋ ਸਕਦੀ ਹੈ, ਪਰ ਸਟਿਲ ਸਾਨੂੰ ਵੈਕਸੀਨ ਵਾਸਤੇ ਜਾਣਾ ਚਾਹੀਦਾ। ਮੈਂ ਮੇਰੇ ਪੇਰੈਂਟਸ 'ਤੇ ਲਗਵਾਈ ਹੈ ਬਿਕੋਜ਼ ਮੈਨੂੰ ਆਹ ਪਤਾ ਹੈ ਵੈਕਸੀਨ ਦੇ ਨਾਲ ਪ੍ਰੋਬਲਮ ਹੋਣ ਦੇ ਚਾਂਸ ਘੱਟ ਨੇ, ਕੋਵਿਡ ਦੇ ਨਾਲ ਪ੍ਰੋਬਲਮ ਹੋਣ ਦੇ ਚਾਂਸ ਜ਼ਿਆਦਾ ਨੇ। ਅੱਛਾ ਡਾਕਟਰ ਹਰਪ੍ਰੀਤ, ਕਹਿੰਦੇ ਕਿ ਸਾਰੀ ਬਿਮਾਰੀਆਂ ਦੀ ਜੋ ਜੜ ਹੈ ਉਹ ਅੱਜ ਕੱਲ੍ਹ ਦਾ ਸਟ੍ਰੈਸਫੁਲ ਲਾਈਫ ਸਟਾਈਲ ਹੈ, ਸਟ੍ਰੈਸ ਹੈ, ਅਤੇ ਸਟ੍ਰੈਸ ਜਿਹੜਾ ਹੈ ਉਹ ਹਾਰਟ ਵਾਸਤੇ ਕਿੰਨਾ ਕੁ ਸਟ੍ਰੈਸਫੁਲ ਹੈ? ਸਰ, ਜਦੋਂ ਸੁਬਾਹ ਹੁੰਦੀ ਹੈ ਅਤੇ ਸ਼ੇਰ ਇਸ ਵਾਸਤੇ ਭੱਜਦਾ ਉਹਨੇ ਹਿਰਨ ਫੜਨਾ ਹੁੰਦਾ, ਅਤੇ ਹਿਰਨ ਇਸ ਵਾਸਤੇ ਭੱਜਦਾ ਕਿਉਂਕਿ ਉਹਨੇ ਸ਼ੇਰ ਤੋਂ ਬਚਣਾ ਹੁੰਦਾ। ਸਾਡੇ ਸਭ ਨੂੰ ਜ਼ਿੰਦਾ ਰਹਿਣ ਵਾਸਤੇ ਇੱਕ ਮਿਨੀਮਮ ਸਟ੍ਰੈਸ ਚਾਹੀਦਾ, ਜਿਹਨੂੰ ਅਸੀਂ ਕਹਿੰਦੇ ਹਾਂ ਯੂ ਸਟ੍ਰੈਸ। ਜਦੋਂ ਉਸ ਕਿਸੇ ਚੀਜ਼ ਨੂੰ ਪਾਉਣ ਦੀ ਲਾਲਚ ਵੱਧ ਜਾਂਦਾ ਅਤੇ ਦੈਟ ਲੀਡਸ ਟੂ ਡਿਸਟ੍ਰੈਸ ਸਾਨੂੰ ਅਵੋਇਡ ਕਰਨਾ। ਜੇ ਅਸੀਂ ਆਪਣੀ ਜ਼ਿੰਦਗੀ ਦੀ ਕਿਤਾਬ ਦੀ ਜ਼ਿਲਦ ਸੰਵਾਰਨ ਦੇ ਚੱਕਰ ਦੇ ਅੰਦਰ ਪੰਨੇ ਗਵਾਚ ਦਈਏ, ਉਹਦਾ ਕੋਈ ਫਾਇਦਾ ਨਹੀਂ। ਅਰਮਾਨੀ ਦੀ ਸ਼ਰਟ ਪਾਈ ਹੈ ਅਤੇ ਅੰਦਰ ਅਸੀਂ ਇੱਕ ਅਨਹੈਲਦੀ ਬੋਡੀ, ਉਹਦੀ ਕੋਈ ਯੂਟਿਲਿਟੀ ਨਹੀਂ। ਸਟ੍ਰੈਸ ਦੇ ਅੰਦਰ ਸਾਨੂੰ ਸਾਹਮਣੇ ਵਾਲੇ ਨਾਲ ਆਪਣੇ ਆਪ ਨੂੰ ਕੰਪੈਰੀਜ਼ਨ ਜਿੰਨਾ ਘੱਟ ਤੋਂ ਘੱਟ ਰੱਖਾਂਗੇ ਜ਼ਿੰਦਗੀ 'ਚ, ਉਹਨਾਂ ਸਟ੍ਰੈਸ ਘੱਟ ਹੋਏਗਾ। ਸੋ ਸਟ੍ਰੈਸ ਲੀਡਸ ਟੂ ਪ੍ਰੋਬਲਮ। ਸਟ੍ਰੈਸ ਦੇ ਕਰਕੇ ਹਾਰਟ ਦੇ ਅੰਦਰ ਕਲੌਟਸ ਨਹੀਂ ਬਣਦੇ। ਜਿਸ ਬੰਦੇ ਦੇ ਆਲਰੇਡੀ ਪਲਾਕ ਬਣੇ ਹੋਏ ਹੈ ਉਹਦੇ ਅੰਦਰ ਚਾਂਸ ਆਫ ਹਾਰਟ ਅਟੈਕ ਵੱਧ ਜਾਂਦਾ ਹੈ। ਦੈਟ ਇਜ਼
ਪ੍ਰੂਵਨ ਬਿਯੋਂਡ ਡਾਊਟ। ਸੋ ਕਿਸੇ ਹੋਰ ਵੱਲ ਨਾ ਦੇਖ ਕੇ ਅਸੀਂ ਆਪਣੇ ਆਪ ਵੱਲ ਰਹੀਏ। ਤੇ ਜੇ ਅਸੀਂ ਕੋਵਿਡ ਦਾ ਏਰੀਆ ਸ਼ੁਰੂਆਤ ਦੇ ਅੰਦਰ ਦੇਖੀਏ ਤਾਂ ਹਾਰਟ ਅਟੈਕ ਦੇ ਚਾਂਸਸ ਸ਼ੁਰੂਆਤ 'ਚ ਘਟ ਗਏ ਸੀ। ਕਿਸੇ ਕੋਲ ਮਰਸੀਡੀਜ਼ ਹੈ, ਕਿਸੇ ਕੋਲ ਮਾਰੂਤੀ 800 ਹੈ, ਲੇਕਿਨ ਉਹਨੇ ਸਾਫ਼ ਆਪ ਹੀ ਕਰਨੀ ਹੈ। ਜਿਹਦੇ ਕੋਲ ਵੱਡਾ ਘਰ ਹੈ ਉਹਨੂੰ ਸਗੋਂ ਸਾਫ਼ ਕਰਨ ਦੇ ਅੰਦਰ ਹੀ ਵਾਸ ਹੈਵਿੰਗ ਮੋਰ ਪ੍ਰੋਬਲਮ। ਉਸ ਟਾਈਮ ਹਾਰਟ ਅਟੈਕ ਦੇ ਚਾਂਸਸ ਘਟ ਗਏ ਸੀ, ਬਟ ਦੈਟ ਕੈਨ ਨਾਟ ਰਿਮੇਨ ਫੋਰ ਐਵਰ। ਅਲਟੀਮੇਟਲੀ ਸਮ ਸਟ੍ਰੈਸ, ਸਮ ਸਟਿਮੂਲਸ ਵਿਲ ਕਮ। ਪੈਸੇ ਮੁੱਕ ਜਾਣਗੇ ਤਾਂ ਸਾਨੂੰ ਕੰਮ ਤੇ ਕਰਨਾ ਹੀ ਪੈਣਾ। ਲੇਕਿਨ ਅਸੀਂ ਕੰਪੀਟੀਟਿਵ ਘੱਟ ਬਣੀਏ, ਆਪਣੇ ਆਪ ਨਾਲ ਸੰਤੁਸ਼ਟ ਜ਼ਿਆਦਾ ਰਹੀਏ ਤੇ ਪ੍ਰੋਬਲਮ ਘੱਟ ਹੋਏਗੀ। ਬਿਲਕੁਲ ਡਾਕਟਰ ਸਾਹਿਬ ਦੀ ਗੱਲ ਤੋਂ ਮੈਨੂੰ ਲੱਗਦਾ ਤੱਤ ਨਿਕਲਦਾ ਹੈ ਕਿ ਸਬਰ, ਸੰਤੋਖ ਤੇ ਸਿਹਤ ਤਿੰਨੋਂ ਬੜੇ ਜ਼ਰੂਰੀ ਨੇ। ਬਹੁਤ ਬਹੁਤ ਧੰਨਵਾਦ ਤੁਹਾਡਾ ਦੋਵਾਂ ਦਾ ਸਾਡੇ ਨਾਲ ਜੁੜਨ ਲਈ ਤੇ ਇੰਨੀਆਂ ਚੰਗੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕਰਨ ਲਈ। ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਜੀ। ਅਗਲੇ ਹਫਤੇ ਮੁੜ ਤੋਂ ਮੁਲਾਕਾਤ ਹੋਵੇਗੀ। ਤੁਸੀਂ ਵੇਖਣਾ ਭੁੱਲਿਓ ਨਾ, ਹਰ ਐਤਵਾਰ ਸ਼ਾਮੀ 5 ਵਜੇ ਡਾਕਟਰ ਸਪੀਕ। ਦਿਓ ਇਜਾਜ਼ਤ ਤੇ ਆਪਣਾ ਤੇ ਆਪਣਿਆਂ ਦਾ ਖਿਆਲ ਚੰਗੀ ਤਰ੍ਹਾਂ ਰੱਖਿਓ। ਰੱਬ ਰਾਖਾ।